जो जियों जाने तिस अंतर रवै हर नामा। बाणी गुरु गुरु है बाणी, विच बाणी अमृत सारे। गुर बाणी कहे सेवक जन मानै, पर तख गुरु निस्तारै। बाणी बिरलो विचारसी, जे को गुरमुख होए। एह बाणी महापुरख की, निज कर वासा होए। सारंग महला पंजवा। माई सत 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 हर, सत 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 साधन। बचन गुरु जो पूरे कहियो, मैं शीक गांठरी बांधा। रहा निस बासुर नखत्यार विनाशी। रव ससियर बेनादा, गिर बसुदा जल पवन जाए गो। एक साध बचन अटलादा, अंड विनाशी जेर विनाशी। उत्पुज सेत बिनादा, चार विनाशी खट विनाशी। एक साध बचन निज लादा, राज विनाशी ताम विनाशी। सातक पी बेनादा, दृष्ट मान है सगल विनाशी। एक साध बचन अगाधा, आपे आप ही आपे। सब आपन खेल दिखादा, पायो ना जाई कहीं बात रे। प्रभ नानक गुर मिल लादा, आपे आप ही आपे।
सब आपन खेल दिखादा, पायो ना जाई कहीं पात रे। प्रभ नानक गुर मिल लादा, वाहिगुरु जी का खालसा वाहिगुरु जी की फतेह। इस पावन शब्द दी विचार सिंह साहिब ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ ਆਪ ਜੀ ਨੂੰ ਸਰਵਣ ਕਰਵਾਉਣਗੇ। ਅੱਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਆਪ ਸਮੂਹ ਸੰਗਤਾਂ ਨੂੰ ਲੱਖ 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 ਵਧਾਈਆਂ। 28 ਤਰੀਕ ਸਵੇਰੇ 10 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਜੋ ਪਿਆਓ ਦੀ ਸ਼ਬੀਲ ਦੀ ਅਸਥਾਨ ਦੀ ਸੇਵਾ ਆਰੰਭ ਹੋਈ ਸੀ, ਉਹ ਸ਼ਬੀਲ ਤਿਆਰ ਹੋ ਚੁੱਕੀ ਹੈ। ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਨੇ ਇਹ ਸਾਰੀਆਂ ਸੇਵਾਵਾਂ ਨਿਭਾਈਆਂ ਹਨ। ਸੋ ਐਤਵਾਰ ਸ਼ਬੀਲ ਦੀ ਆਰੰਭਤਾ ਹੋਣੀ ਹੈ। ਰਕਾਬਗੰਜ ਸਾਹਿਬ ਕੁਝ ਸਮਾਂ ਕੀਰਤਨ ਕਥਾ ਦਾ ਪ੍ਰਵਾਹ ਚੱਲੇਗਾ। ਵਿਸ਼ੇਸ਼ ਥੋੜੇ ਸਮੇਂ ਦੇ ਸਮਾਗਮ ਹੋਣਗੇ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। मैं मूर्ख किश दीजै प्रणवत नानक सुन मेरे साहिबा। डूबदा पत्थर लीजै। बाला प्रीतम धन धन श्री गुरु हरकृष्ण साहब पातशाह जी दे पावन स्थान ते सुभाएमान हाजरीन गुरु की संगत जी हो। सत्कार सहित फतेह गजाइए जी। वाहिगुरु जी का खालसा वाहिगुरु जी की फतेह। ये शब्द ही अज भी विचार करनी है। सारंग राग विचों है, गुरु अर्जन देव जी का उच्चारण किया होया है। श्री गुरु ग्रंथ साहब जी दे अंक 1204 ते सुभाएमान है। मूल पाठ आप जी ने सिंह साहब ज्ञानी रंजीत सिंह जी उन्होंने पासों सरवण किया है। विचार आरंभ करिए। ज्ञानी जी ने आप जी नूं दस्या भी है कि अज साहब श्री गुरु अर्जन देव पातशाह जी का पावन प्रकाश पुरब है। जो साड़ी मर्यादा चल रही है, कथा की असल जुगती है। बजुर्गों कोलों जो सुनी ते सीखी कि जदों में मुख वाक की कथा होवे या लड़ीवार कथा होवे, सब तो पहले शब्द की विचार, शब्द के अर्थ, उस तो बाद बचदा समा इतिहास वाल। ये ठीक है, वक्तियां नूं कई बारी माहौल अनुसार बोलना पैंदा। कई बार किसी धड़े या व्यक्ति की उस्तत भी, निंदा भी टाइम लगता है, पर ये बाद विच
ਸਭ ਤੋਂ ਪਹਿਲੇ ਮੁੱਖ ਵਾਕ ਹੈ ਤੇ ਸ਼ਬਦ ਦੀ ਗੱਲ, ਇਸ ਦਾ ਬਦਲ ਕੋਈ ਨਹੀਂ, ਇਸ ਦੀ ਤਾਂ ਹੋਰ ਕੋਈ ਗੱਲ ਨਹੀਂ ਲੈ ਸਕਦੇ। ਸ਼ਬਦ ਦਾ ਵਿਚਾਰ ਉਸ ਪਰੰਪਰਾ ਅਨੁਸਾਰ ਆਓ, ਸ਼ਬਦ ਦਾ ਵਿਚਾਰ ਸਰਵਣ ਕਰੋ। ਸਾਰੰਗ ਮਹਿਲਾ ਪੰਜਵਾਂ। ਸਾਰੰਗ ਰਾਗ ਦੁਪਹਿਰੋਂ ਬਾਅਦ ਦਾ ਰਾਗ ਹੈ। ਕੀਰਤਨੀਏ ਸੁਚੱਜੇ ਜਿਨ੍ਹਾਂ ਨੇ ਗੁਰਮਤਿ ਸੰਗੀਤ ਨੂੰ ਸਿੱਖਿਆ, ਇਸ ਵਿੱਚ ਸ਼ਬਦਾਂ ਦਾ ਗਾਇਨ ਕਰਦੇ ਹਨ। ਮਾਈ ਸਤ 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 ਹਰ ਸਤ 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 ਸਾਦਾ। हे ਮੇਰੀ ਮਾਂ, ਹਰੀ ਸਤ ਹੈ। ਸਤ ਦੋ ਪ੍ਰਕਾਰ ਦਾ ਹੈ, ਪਰਮਾਰਥਕ ਸਤ, ਵਿਵਹਾਰਕ ਸਤ। ਵਿਵਹਾਰਕ ਸਤ ਜੋ ਹੁੰਦਾ ਹੈ ਉਹ ਕਦੀ ਹੁੰਦਾ ਹੈ, ਕਦੀ ਨਹੀਂ ਹੁੰਦਾ, ਉਹ ਪੱਕਾ ਨਹੀਂ। ਜਿਵੇਂ ਮੈਂ ਹੁਣ ਸੱਚ ਬੋਲਾਂ, ਮੈਂ ਸੱਚ ਬੋਲਿਆ, ਹੋ ਸਕਦਾ ਘੜੀ ਨੂੰ ਝੂਠ ਹੋ ਜਾਏ। ਆਪ ਪੁੱਛੋਗੇ ਉਹ ਕਿਵੇਂ? ਕਿ ਸੱਚ ਬੋਲਿਆ, ਹੁਣੇ ਸੱਚ ਸੀ, ਘੜੀ ਬਾਅਦ ਉਹ ਝੂਠ ਹੋ ਗਿਆ। ਉਸ ਦਾ ਕਾਰਨ ਹੈ, ਸੁਣ ਲਓ। ਮੈਂ ਜਾ ਕੇ ਵੇਖਣਾ, ਮੈਂ ਕਹਿਣਾ ਜੀ ਦੀਵਾ ਜਗਦਾ ਪਿਆ, ਜਗਦਾ ਸੀ, ਮੈਂ ਸੱਤ ਕਿਹਾ, ਪਰ ਘੜੀ ਬਾਅਦ ਕੋਈ ਗਿਆ ਉਹ ਕਹਿੰਦਾ ਤੂੰ ਝੂਠ ਬੋਲਿਆ, ਦੀਵਾ ਬੁਝਿਆ ਪਿਆ। ਪਰ ਜਦੋਂ ਮੈਂ ਵੇਖਿਆ ਉਹ ਜਗਦਾ ਸੀ, ਬਾਅਦ ਵਿੱਚ ਤੇਲ ਮੁੱਕਿਆ ਹੋਵੇਗਾ। ਇਹਨੂੰ ਕਹਿੰਦੇ ਨੇ ਵਿਵਹਾਰਕ ਸੱਚ। ਉਹ ਸੱਚ ਕਦੀ ਸੱਚ ਹੁੰਦਾ, ਕਦੀ ਝੂਠ ਹੁੰਦਾ। ਇਸੇ ਲਈ ਕਿਹਾ ਸੀ ਕਿ ਭਾਈ ਜਿਸ ਨਾਲ ਵਿਵਹਾਰਕ ਹੈ ਨਾ, ਕਿਸੇ ਦਾ ਬੁਰਾ ਹੁੰਦਾ ਹੋਵੇ ਐਸਾ ਸਤ ਵੀ ਨਾ ਆਖੋ। ਇਹ ਵੇਖੋ ਕਿ ਮੇਰੇ ਸੱਚ ਬੋਲਣ ਨਾਲ ਕਿਸੇ ਦੀ ਜਾਨ ਤੇ ਨਹੀਂ ਜਾ ਰਹੀ, ਮੇਰੇ ਸੱਚ ਬੋਲਣ ਨਾਲ ਕਿਸੇ ਦਾ ਨੁਕਸਾਨ ਤੇ ਨਹੀਂ ਹੋ ਰਿਹਾ। ਗੁਰਪ੍ਰਤਾਪ ਸੂਤ ਗ੍ਰੰਥ ਵਿੱਚ ਬੜਾ ਸੁੰਦਰ ਬਚਨ ਹੈ, ਸਾਚ ਕਹਿਤ ਕਿਸਕਾ ਹੋਏ ਬੁਰੋ, ਤੋ ਝੂਠ ਕਹੇ ਸੱਚ ਪਰ ਹਰੋ। ਵੈਸੇ ਪੁਰਾਣੇ ਗ੍ਰੰਥਾਂ ਵਿੱਚ ਝੂਠ ਬੋਲਣ ਦੀ ਆਗਿਆ ਦਿੱਤੀ ਹੀ ਹੈ। ਕਿਹਨਾਂ ਨੂੰ? ਸਭ ਤੋਂ ਪਹਿਲੇ ਵਕੀਲਾਂ ਨੂੰ, ਕਿ ਜਿੰਨਾ ਮਰਜ਼ੀ ਝੂਠ ਬੋਲ ਲਵੋ। ਦੂਸਰਾ ਉਹਨਾਂ ਕਿਹਾ ਵੈਦਾਂ ਨੂੰ ਕਿ ਤੁਸੀਂ ਵੀ ਝੂਠ ਬੋਲ ਲਓ। ਡਾਕਟਰ ਮਰੀਜ਼ ਮਰਨ ਕਿਨਾਰੇ ਹੁੰਦਾ, ਉਹ ਕਹਿੰਦੇ ਨੇ ਠੀਕ ਹੋ ਰਹੀ, ਬਿਲਕੁਲ ਠੀਕ ਹੋ ਰਹੀ ਹੈ, ਝੂਠ ਬੋਲੀ ਜਾ ਰਹੇ ਨੇ। ਤੇ ਇਸਤਰੀਆਂ ਨੂੰ ਜਿਸ ਵੇਲੇ ਵਿਆਹ ਕਾਰਜ ਹੋਵੇ, ਹਾਸੇ ਟੱਟੇ, ਜਿੰਨਾ ਮਰਜ਼ੀ ਝੂਠ ਬੋਲ ਲੈਣ। ਧਾਰਮਿਕ ਆਗੂਆਂ ਨੂੰ, ਹੱਦ ਹੋ ਗਈ, ਧਾਰਮਿਕ ਆਗੂਆਂ ਨੂੰ ਵੀ ਝੂਠ ਬੋਲਣ ਦੀ ਆਦਤ, ਪ੍ਰਾਣ ਬਚਾਉਣ ਵਾਸਤੇ। ਇੱਕ ਕਥਾ ਹੈ ਮਹਾਭਾਰਤ ਵਿੱਚ, ਕਮਾਲ ਹੈ ਕਿ ਵਿਸ਼ਵਾਮਿੱਤਰ ਇੱਕ ਚੰਡਾਲ ਦੇ ਘਰ ਚੋਰੀ ਕਰਨ ਜਾਂਦਾ ਤੇ ਚਰਾਉਂਦਾ ਕੀ ਇਹ ਕੁੱਤੇ ਦਾ ਮਾਸ। ਚੰਡਾਲ ਹੀ ਖਾਂਦੇ ਸਨ। ਉਹ ਕਹਿਣ ਲੱਗਾ ਬ੍ਰਾਹਮਣ ਦੇਵਤਾ ਸੁਣ, ਤੈਨੂੰ ਕੋਈ ਪੁੱਛਣ ਵਾਲਾ ਨਹੀਂ, ਤੂੰ ਮਰਿਆਦਾ ਦੱਸਣਾ ਕਿ ਚੋਰੀ ਪਾਪ ਹੈ। ਕਹਿਣ ਲੱਗਾ ਚੁੱਪ ਕਰ, ਤੈਨੂੰ ਨਹੀਂ ਪਤਾ, ਮਰਿਆਦਾ ਮੈਂ ਦੱਸਣੀ ਹੈ, ਤੂੰ ਦੱਸਣੀ। ਪ੍ਰਾਣ ਬਚਣਗੇ ਤੇ ਮਰਿਆਦਾ ਬਚੇਗੀ। ਪ੍ਰਾਣ ਬਚਾਉਣ ਲਈ ਚੋਰੀ ਵੀ ਠੀਕ, ਪਰ ਸਿੱਖ ਇਸ ਗੱਲ ਨੂੰ ਨਹੀਂ ਮੰਨਦਾ। ਸਿੱਖ ਕਹਿੰਦਾ ਇਹ ਵੇਖਣਾ ਹੈ ਕਿ ਸਤ ਸਤ ਰਹੇ, ਭਲਾ ਹੋ ਜਾਏ, ਸਤ ਦੇ ਲੜ ਲੱਗੇ ਰਹੀਏ, ਸਤ ਦਾ ਪੱਲਾ ਕਦੀ ਵੀ ਨਾ ਛੱਡੀਏ। ਸਤ ਬਚਨ ਸਾਧੂ ਕਹੇ ਸਭ ਮੈਂ ਪ੍ਰਗਟਾਇਆ, ਜਿਨ ਜਾਤਾ ਤਿਸਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਵਿਵਹਾਰਕ ਸਤ ਮੰਨਿਆ, ਕਦੀ ਹੁੰਦਾ ਕਦੀ ਨਹੀਂ ਹੁੰਦਾ, ਪਰ ਆਪਣੇ ਵੱਲੋਂ ਉਸਨੇ ਸਤ ਬੋਲਿਆ ਸੀ। ਦੂਸਰਾ ਪਰਮਾਰਥਕ ਸਤ, ਇਹ ਸਦਾ ਵਾਸਤੇ ਹੀ ਸਤ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। परमात्मा सदा सत है। सत का अर्थ सदा है, बल्कि जो सदा है वही परमात्मा है। हे मेरी मां, सत 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 हर। फिर उस तो बाद उसका नाम जपण वाला साधु वो भी सत है। सत 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 सादा।
ਗੁਰੂ ਨੂੰ ਵੀ ਸਾਧੂ ਕਿਹਾ, ਸਿੱਖਾਂ ਨੂੰ ਵੀ ਸਾਧੂ ਕਿਹਾ, ਸਿੱਖਾਂ ਨੂੰ ਵੀ ਸੰਬੋਧਨ ਕੀਤਾ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕੋ ਆਪ। ਸੰਤੋ राम नाम निस्तरिय, दीवे तो दीवा जगे है, ते फिर गुरु सिख, सिख गुरु है, एको गुरु उपदेश चलाए। आपे गुर चेला है, आपे आपे गुणी निधाना, आपे गुर चेला है, आपे आपे दसै काट। नाम सत है, परमात्मा सत है, नाम जपाउण वाला गुरु सत है, नाम जपण वाला सत है। गुरु तेग बहादुर साहब जी के श्लोकां चों अंतले श्लोक पढ़ो कि राम नाम उर मह गयो, जंक सम नहीं कोय, जिस सिमरत संकट मिटै, दर्श तुहारा होए। पहले नाम रहो, साधु रहो, रहो गुर गोबिंद। कहो नानक जगत में किन जपियो गुरु मंत, जिस किसे ने जपिया नाम रहेगा। नाम जपण वाला सदा वास्ते रहेगा। नाम जपण वाले अज भी कायम है। कौन कहंदा ध्रुव मर गया, कौन कहंदा प्रहलाद मर गया। नाम कायम है, नाम दिसदा है, परमात्मा कायम है, जपण वाला कायम है, जपाउण वाला कायम है। सत 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 सादा, बचन गुरु जो पूरा कहो, मैं शेक गांठरी बंधा। ये गुरु ने जिहड़ा बचन के है कि परमात्मा सदा कायम है, परमात्मा नाल जुड़िया गुरु, परमात्मा नाल जुड़े हुए रब दे प्यारे गुरसिख साधु सदा वास्ते कायम हन। ये बचन फुट के खिंच के मैं अपनी गठड़ी च बन लिया। हुण गठड़ी केड़ी, कोई कपड़े की गठड़ी ना समझ लैनी कि गंढ दे लई, कोई ये पल्ला ना समझ लेना जो गल च पा लेने। नहीं, गठड़ी है इत्थे सिमरती दी, याद दी, चेता शक्ति दी। मैं पक्के ढंग नाल अपनी सिमरती विच, याद विच गंढ बन लई है कि परमात्मा सत है ते परमात्मा नाल जुड़िया भी सत है। रहो निस्बासर नक्षत्र बिनासी, रब ससियर बेनादा। निस दा अर्थ हुंदा रात, बासर दिन, नक्षत्र तारे, ये सारे नासवान ने, क्योंकि सूरज ना रहा दिन रात नहीं रहेगी। दिन रात है सूरज करके, दिन रात नहीं, ना दिन ना रात ना तारे, सूरज नहीं रहेगा, चंद्रमा नहीं रहेगा, सब नासवान। अज ते साइंसदान भी कह रहे कि साडा ये सूरज जिस दी रोशनी साडी धरती ते आ रही है, अंदाजा ही होंदा है इन्हां दा वध तो वध 5000 साल चलेगा, इस तो ज्यादा नहीं। मैं संस्कृति श्लोक पढ़दा सां कि बचन ते सतगुरां भी कहा, सालां दी गिनती ते नहीं देते। वो कहंदे ने सब कुछ घट रहा है, जो इस्तेमाल हो रहा वो घट रहा है। वो कहंदे ने सब कुछ जे घटदा पिया, घटंत रूपं, घटंत दीपं, घटंत राव, सस्यर नक्षत्र गगनं, कटंत बसदा गिरतर सिखंडं, कटंत ललना सुत प्रात हीतं। कोई है जेड़ा नहीं कटदा। न कटंत केवल गोपाल अच्युत, अस्त्रंग नानक साध जन। साध जन सदा वास्ते थिर ने, परमात्मा नहीं घटदा, परमात्मा सदा वास्ते कायम है। निस बासुर नक्षत्र बिनासी, रब ससियर बेनादा। गिर बसदा जल पवन जाएगो, गिर दा अर्थ हुंदा पहाड़, बसदा धरती, जल पवन, ये सारे चले जाणगे। एक दिन बने एक दिन नहीं रहणगे, ते रहेगा कि एक साध बचन अटलादा। साध बचन है परमात्मा दा बचन। साध बचन की है रब दा हुक्म, ते हुक्म दा कदी विनाश नहीं हुंदा। साध दा बचन वो हुक्म है
ਹੁਕਮੀ ਹੋਮਣ ਆਕਾਰ, ਹੁਕਮ ਨਾ ਕਹਿਆ ਜਾਈ। ਇੱਥੇ ਸਿੱਧ ਗੋਸ਼ਟ ਵਿੱਚੋਂ ਕੁਝ ਪੰਕਤੀਆਂ ਪੜ੍ਹ ਦੇਵਾਂ ਤੇ ਬਹੁਤ ਚੰਗਾ ਹੋਵੇਗਾ। ਸਿੱਧ ਪੁੱਛਦੇ ਨੇ, ਬਾਬਾ ਜੀ ਇਹ ਸ਼ਬਦ ਔਰ ਸ਼ਬਦ, ਹੁਕਮ, ਨਾਮ, ਇਹ ਸਭ ਸਮਰਥਕ ਸ਼ਬਦ ਜੇ ਯਾਦ ਰੱਖਣਾ। ਚੌ ਦਿਸੇ ਹੁਕਮ ਵਰਤੈ ਪ੍ਰਭ ਤੇਰਾ, ਚੌ ਦਿਸ਼ ਨਾਮ ਪਿਆਲੰ। ਚੌਦੇ ਸ਼ਬਦ ਰਵਿਆ ਹੈ, ਸਾਚਾ ਕਰਮ ਮਿਲੇ ਬਿਆਲੰ। ਤਿੰਨਾਂ ਨੂੰ ਇੱਕ ਅਰਥ ਵਿੱਚ ਵਰਤਿਆ ਪਾਤਸ਼ਾਹ ਨੇ। ਉਹੀ ਹੁਕਮ ਹੈ, ਉਹੀ ਸ਼ਬਦ ਹੈ, ਉਹੀ ਨਾਮ ਹੈ। ਕਹਿੰਦੇ ਨੇ ਸਾਧ ਬਚਨ ਕੀ ਹੈ? ਸਾਧ ਬਚਨ ਹੈ ਰੱਬ ਦਾ ਹੁਕਮ, ਸਾਧ ਬਚਨ ਹੈ ਪ੍ਰਮਾਤਮਾ ਦਾ ਨਾਮ। ਇਸ ਵਾਸਤੇ ਸਦਾ ਟਲ ਹੈ। ਸਿੱਧ ਪੁੱਛਦੇ ਨੇ ਵਸਦਾ ਕਿੱਥੇ ਹੈ? ਸਤਿਗੁਰੂ ਕਹਿੰਦੇ ਨੇ ਮੇਰੇ ਹਿਰਦੇ 'ਚ। ਕਹਿਣ ਲੱਗੇ ਜਾਂ ਹਿਰਦਾ ਦੇਹ ਨਾ ਹੋਤੀ ਤਉ ਮਨ ਕੰਠੇ ਰਹਿਤਾ, ਨਾਭ ਕਮਲ स्तंभ न हो तो पवन कवन कर सहता, रूप न हो तो रेख न कहाई, गत कीमत नहीं पाई, रक्त बिंद की मड़ी न होती तो शब्द कहाँ ले बुलाई। एक दिन शरीर ही नहीं सी। साहब कहन लगे हिरदा दे न हो तो अवधूत तो मन सुन रहे बैरागी। ये परमात्मा विच रहिंदा सी। नाभ कमल स्तंभ न हो तो निज कर बस तो शब्द अनुरागी। शब्द ते सदा कायम है। साधु दा बचन को अपनी गल नहीं, केस दे मुक्कण नाल मुक जा नहीं। वो है जिस तरह सृष्टि साजे गई, इस सदा वास्ते कायम है। गिर बसदा जल पवन जाएगो, एक साध बचन अटलादा। अंड बनासी जेर बनासी, उत्पज सेत बनादा। उत्पत्ति दियां चार खानियां ने, अंडज, जेरज, श्वेतज, उत्पज। ये चारियां आंडियां तो जी पैदा हो रहे। जेरज जेर तो पैदा हो रहे ने, पसीने तो पैदा हो रहे ने, धरती तो पैदा हो रहे ने। कहते ने सारे चले जाणगे, एक दिन नहीं रहणगे। एक दिन नहीं सन। एक दिन वो कल्ला ही सी। अरबद नरबद धुंधुकारा, धरना गगना, हुक्म अपारा। ना दिन रहन ना चंद ना सूरज। सुन समाध लगाएंदा, एक दिन फिर सुन समाध हो जाएगा। कुछ भी नहीं रहेगा पर हुक्म रहेगा, शब्द रहेगा, साध बचन रहेगा। चार बनासी खटे बनासी, एक साध बचन अटलादा। इथे थोड़ा जिहा रुकीए। चार दा अर्थ है चार वेद, खटे दा अर्थ खट शास्त्र। हुण चार वेद चवां दी लोड़ क्यों पई? एक ही वेद काफी नहीं? नहीं, एक नाल नहीं सरेया, श्याम नाल नहीं सरिया, रिग आ गया। रिग नाल भी कम नहीं चलिया, जुजर आ गया। उस नाल भी कम नहीं चलिया, अथरबन आ गया। रिगल होर कहां? चवां नाल भी नहीं सरिया। चार उपवेद लिखेगा। उपवेद क्यों लिखे गए कि हुण वेद अध्यात्म की जे गल करते ने तो शरीर बीमार हो जाए, की करना है? आयुर्वेद उपवेद चार लिखे गए। आयुर्वेद लिखा गया। दूसरा गंधर्व वेद लिखा गया, जिस में राग नाच नृत्यकार ये सारा ढंग लिखा गया। इत्थे ही बस नहीं, हमलियां तो बचना किवें? धनुर्वेद लिखा गया। तीर कमान धनुष चढ़ाउण दा सारी वे जुगती। चौथा हुण रहना कित्थे है? स्थापत्या ये चौथा वेद। शिल्पकारी इमारतां किवें बनाउणियां, चार वेद लिखे गए। असल विच वेद दे बारे सतगुरां जिहड़ा बचन कहा ना, साध की महिमा वेद ना जाने। जेता सुने तेता बख्याने। एक ने सुनिया, दूसरे ने सुनिया, तीसरे सुनिया, सुन के चौथे लिखिया ते गल होर दी होर हो जांदी। जुबान रब ने वख वख दिती, आवाज वख। एक गल नूं चार बंदे करांगे, चारों ढंगां नाल करांगे। मैं गल सुनी सी कि एक नगर विच छोटा जिहा टैलीफोन एक्सचेंज सी ते एक घंटा घर सी जिथों टाइम लोकी वेखदे सन। ते वो सवेरे सवेर फोन आ जाए, 9 वज गए। वो जिहड़ा घंटा घर वाला आखे जी 9 वज गए।
ਉਹ ਇੱਕ ਦਿਨ ਕਹਿਣ ਲੱਗਾ 9 ਵਜੇ ਹੀ ਫੋਨ ਕਿਉਂ ਕਰਨਾ ਹੈ? ਕਹਿਣ ਲੱਗਾ ਟਾਈਮ ਪੁੱਛਣ ਵਾਸਤੇ। ਉਹ ਕਹਿਣ ਲੱਗਾ ਟਾਈਮ ਦਾ ਰੱਬ ਰਾਖਾ, ਜਦੋਂ ਤੂੰ ਫੋਨ ਕਰਨਾ ਮੈਂ ਘੜੀ ਮੇਲ ਲੈਣਾ ਕਿ 9 ਵਜ ਗਏ। ਉਹ ਉਹਦਾ ਭਰੋਸਾ ਕਰ ਰਿਹਾ ਹੈ ਤੇ ਉਸ ਦਾ ਭਰੋਸਾ ਕਰ ਰਿਹਾ ਹੈ। ਇੱਕ ਨੇ ਸੁਣੀ, ਦੂਸਰੇ ਕਹਿ ਦਿੱਤੇ। ਸਾਧੂ ਤੇ ਬੋਲਦਾ ਤੇ ਵੇਦ ਨਿਕਲਦੇ ਨੇ, ਲੇਕਿਨ ਸੁਣੀਆਂ ਸੁਣਾਈਆਂ ਗੱਲਾਂ ਅਖੇਪ ਬਹੁਤ ਹੋ ਗਿਆ। ਉਹ ਕਹਿੰਦੇ ਨੇ ਸਾਰੇ ਨਾਸਵਾਨ ਨੇ। ਈਸ਼ਵਰੀ ਕਿਹਾ ਸੀ, ਗਿਆਨੀ ਦਿੱਤ ਸਿੰਘ ਨੇ ਸਿੱਧ ਕੀਤਾ। ਉਹ ਕਹਿਣ ਲੱਗੇ ਨਹੀਂ ਸਵਾਮੀ ਜੀ, ਇਹ ਰਿਸ਼ੀਆਂ ਦੇ ਲਿਖੇ ਹੋਏ ਨੇ, ਔਰ ਵੀ ਬਹੁਤ ਜ਼ਿਆਦਾ ਸੁਣੀਆਂ ਸੁਣਾਈਆਂ ਗੱਲਾਂ ਵਿੱਚ ਉਹਨਾਂ ਐਸੀਆਂ ਗੱਲਾਂ, ਉਹਨਾਂ ਦਾ ਕੀ ਕਰੋਗੇ? ਮੈਂ ਸੁਣਾ ਦਿਆਂ ਆਪ ਨੂੰ। ਲਿਖਿਆ ਕੋਈ ਗੱਲ ਵੀ ਕਰੇ ਉਹਨੂੰ ਅਸੀਂ ਜਵਾਬ ਦੇ ਸਕਨੇ ਆ, ਪੜ੍ਹ ਲੈ, ਪੜ੍ਹ ਕੇ ਗੱਲ ਕਰ। ਐਸੀਆਂ ਐਸੀਆਂ ਗੱਲਾਂ ਲਿਖੀਆਂ ਨੇ, ਹੇ ਇੰਦਰ ਦੇਵਤਾ ਮੇਰੀ ਖੇਤੀ 'ਚ ਬੱਦਲ ਪਏ, ਗੁਆਂਢੀਆਂ ਦੇ ਨਾਂ ਪਏ। ਇਹ ਵੇਦਾਂ ਦੀਆਂ ਅਰਦਾਸਾਂ ਨੇ। ਮੇਰੀਆਂ ਗਾਵਾਂ ਮੱਝਾਂ ਦੁੱਧ ਜ਼ਿਆਦਾ ਦੇ ਦੇਣ, ਦੂਸਰੇ ਦੀਆਂ ਸੁਕਾ ਜਾਣ। ਕਮਾਲ ਗੱਲ ਹੈ। ਐਸੀਆਂ ਅਰਦਾਸਾਂ ਜਿਸ ਦੇ ਵਿੱਚ ਦੂਸਰੇ ਦਾ ਬੁਰਾ ਮੰਗਿਆ ਗਿਆ। ਸਾਹਿਬ ਜੀ ਕਹਿੰਦੇ ਨੇ ਕਿੰਨਾ ਚਿਰ ਰਹੇਗਾ? ਰੱਬ ਇਸ ਗੱਲ ਨੂੰ ਪ੍ਰਵਾਨ ਕਰੇਗਾ। ਕਹਿੰਦੇ ਨੇ 4 ਨਾਸਵਨ ਖੱਟੇ ਬਨਾਸੀ 6 ਸ਼ਾਸਤਰ। ਬਾਣੀ ਵਿੱਚ ਤੇ ਐਸਾ ਕਿਹਾ, ਖੱਟ ਦਰਸ਼ਨ ਵਰਤੈ ਵਰਤਾਰ। ਸੰਸਾਰ ਇਹਨਾਂ ਅਨੁਸਾਰ ਵਰਤਦਾ। ਗੁਰੂ ਦਾ ਸ਼ਾਸਤਰ ਕਿਹੜਾ? ਗੁਰੂ ਕਾ ਦਰਸ਼ਨ ਅਗਮੇ ਅਪਾਰਾ, ਗੁਰੂ ਕਾ ਦਰਸ਼ਨ ਮੁਕਤਗਤ ਹੋਏ। ਖੋਜ ਅਨੁਸਾਰ ਪਤਾ ਲੱਗਦਾ ਹੈ ਕਿ ਪਹਿਲਾ ਜਿਹੜਾ ਸ਼ਾਸਤਰ ਉਹ ਤੇ ਸਾਂਖ ਹੈ, ਤੇ ਲਿਖਣ ਵਾਲਾ ਆਰੀਆ ਨਹੀਂ ਸੀ, ਦਰਾਵੜ ਸੀ। ਇਹਦਾ ਨਾਂ ਸੀ ਕਪਲ। ਬਾਕੀ ਜਿਹੜੇ ਨੇ ਬਾਅਦ ਵਿੱਚ ਲਿਖੇ ਗਏ। ਹੁਣ ਇੱਕ ਤੋਂ ਬਾਅਦ ਦੂਸਰਾ ਹੋਇਆ ਕਿ ਇੱਕ ਹੋਰ ਗੱਲ ਕਹਾਂ, ਔਰ ਸਬੂਤ ਤੋਂ ਬਿਨਾਂ ਕੱਚੀ ਗੱਲ ਸਟੇਜ ਤੇ ਕਰਨੀ ਠੀਕ ਨਹੀਂ। ਹੁਣ ਜੰਗ ਹੋ ਰਹੀ ਹੈ ਕੁਰੂਕਸ਼ੇਤਰ ਵਿੱਚ। ਗੀਤਾ ਦਾ ਮੂਲ ਕੀ ਹੈ ਕਿ ਕੁਰੂਕਸ਼ੇਤਰ ਜੰਗ ਹੋ ਰਹੀ ਤੇ ਉਪਦੇਸ਼ ਦੇ ਰਹੇ ਨੇ ਕ੍ਰਿਸ਼ਨ ਜੀ। ਸੁਣ ਰਿਹਾ ਅਰਜਨ, ਵੇਖਦਾ ਪਿਆ ਇੱਕ ਬੰਦਾ, ਇੰਟਰਪ੍ਰੇਟਰ ਜਿਹੜਾ ਨਾ ਵੇਖਦਾ, ਉਹਦਾ ਨਾਂ ਹੈ ਸੰਜੇ, ਤੇ ਦੱਸਦਾ ਅੰਧੇ ਨੂੰ, ਧ੍ਰਿਤਰਾਸ਼ਟਰ ਨੂੰ ਉੱਥੇ ਕੀ ਹੋ ਰਹੀ ਹੈ। ਗੱਲ ਕਿੱਥੇ ਦੀ ਕਿੱਥੇ ਜਾ ਕੇ ਪਹੁੰਚ। ਇੱਕ ਕਰਦਾ ਪਿਆ, ਦੂਸਰਾ ਵੇਖਦਾ, ਉਹ ਨੇਤਰਹੀਨ ਨੂੰ ਦੱਸਦਾ ਪਿਆ। ਲਿਖਣ ਵਾਲਾ ਵਿਆਸ ਹੈ, ਉਹ ਲਿਖਦਾ ਪਿਆ। ਹੁਣ ਸਤਿਗੁਰੂ ਕਹਿੰਦੇ ਨੇ ਭਾਈ ਸਾਧੂ ਦਾ ਤੇ ਸਿੱਧਾ ਹੀ ਅਨੁਭਵ ਹੈ ਜੋ ਉਸਨੇ ਵੇਖਿਆ। ਪੰਕਤੀਆਂ ਕੁਝ ਬਾਣੀ ਦੀਆਂ ਸੁਣਾਵਾਂ। ਇਹ ਸੁਣੀ ਸੁਣਾਈ ਗੱਲ ਨਹੀਂ। ਉਹ ਕਹਿੰਦੇ ਨੇ ਹਰ ਕੈ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ। ਜਿਹਾ ਡਿਠਾ ਮੈਂ ਤੇਹੋ ਕਹਿਆ। ਮੈਂ ਤੇ ਜੋ ਵੇਖਿਆ ਉਹ ਕਹਿੰਦੇ ਆ। ਫਿਰ ਸਾਧੂ ਦੇ ਬਚਨ, ਗੁਰੂ ਦੇ ਬਚਨ, ਜੋ ਰੱਬ ਦਾ ਹੁਕਮ ਹੈ, ਉਸ ਦਾ ਮੁਕਾਬਲਾ ਕੀ ਹੈ? ਤੇ ਕਿਹਾ 4 ਬਨਾਸੀ ਖਟੇ ਬਨਾਸੀ, ਇੱਕ ਸਾਧ ਬਚਨ ਨਹੀਂ ਚਲਾਦਾ। ਗੁਰੂ ਦਾ ਬਚਨ ਸਦਾ ਵਾਸਤੇ ਅਟਲ ਹੈ। ਰਾਜ ਬਨਾਸੀ, ਰਾਜ ਦਾ ਅਰਥ ਤੇ ਕੀ? ਰਜੋ ਗੁਣ। ਇੱਕ ਦਿਨ ਰਜੋ ਤਮੋ ਨਹੀਂ ਸਣੇ ਤੇ ਪੈਦਾ ਹੋਏ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਵੰਡ। 3 ਚੇਲੇ ਰਜੋ ਤਮੋ ਸਤੋ ਹੀ ਨੇ। ਦੇਵਤਿਆਂ ਦੇ ਨਾਮ ਦੇ ਦਿੱਤੇ। ਰਾਜ ਬਨਾਸੀ, ਤਾਮ ਬਨਾਸੀ, ਤਮੋ ਇਹ ਵੀ ਬਨਾਸ ਹੈ। ਸਾਤਕ ਵੀ ਬਨਾਸ ਦਾ, ਸਤੋ ਗੁਣ ਵੀ ਇਹ ਨਾਸਵਾਨ ਹੈ। ਸਾਤਕ ਵੀ ਬਨਾਸ ਦਾ, ਦ੍ਰਿਸ਼ਟਮਾਨ ਹੈ ਸਗਲ ਬਨਾਸੀ, ਇੱਕ ਸਾਧ ਬਚਨ ਹਟਲਾਦਾ। ਦ੍ਰਿਸ਼ਟਮਾਨ ਜਿੰਨਾ ਦਿਸਦਾ ਹੈ ਸਾਰਾ ਨਾਸਵਾਨ ਹੈ। ਗੁਰੂ ਦਾ ਬਚਨ, ਰੱਬ ਦਾ ਹੁਕਮ ਸਦਾ ਕਾਇਮ ਰਹੇਗਾ। ਇੱਥੇ 104 ਨੂੰ ਥੋੜਾ ਜਿਹਾ ਵਿਚਾਰ ਲਈਏ। ਓਏ ਜਦੋਂ ਤੱਕ ਦਿਸਦਾ ਨਹੀਂ ਆਸ ਨਹੀਂ ਬਣਦੀ। ਔਰ ਰਾਗ ਭੈਰੋਂ ਵਿੱਚ ਭਗਤ ਰਵਿਦਾਸ ਜੀ ਨੇ ਸ਼ਬਦ ਲਿਖਿਆ ਵੀ ਹੈ ਕਿ ਬਿਨ ਦੇਖੈ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ। ਇੰਨੀਆਂ ਮੂਰਤੀਆਂ ਕਿਉਂ ਬਣ ਗਈਆਂ? ਨਿਰੀਆਂ ਮੂਰਤੀਆਂ ਦੂਸਰਿਆਂ ਦੀ ਨੇ, ਗੁਰੂਆਂ ਦੇ ਚਿੱਤਰ ਇੰਨੇ ਕਿਉਂ ਬਣ ਗਏ ਹੈ? ਔਰ ਚਿੱਤਰਾਂ ਦੀ ਬਕਾਇਦਾ ਪੂਜਾ ਸ਼ੁਰੂ ਹੈ। ਚਿੱਤਰ ਇੰਨੇ ਬਣ ਗਏ, ਚਿੱਤਰ ਕਾਗਜ਼ ਤੇ ਨਹੀਂ ਬਣ ਗਏ, ਪੱਥਰ ਦੇ ਵੀ ਬਣ ਗਏ, ਪਿੱਤਲ ਦੇ ਵੀ ਬਣ ਗਏ। ਮੈਂ ਵੇਖੀਆਂ ਮੂਰਤੀਆਂ ਗੁਰੂ ਨਾਨਕ ਦੇਵ ਦੀਆਂ ਬਣੀਆਂ, ਘਰਾਂ ਵਿੱਚ ਰੱਖੀਆਂ ਹੋਈਆਂ ਲੋਕਾਂ ਨੇ। ਇਹ ਕਿਉਂ? ਬੰਦਾ ਚਾਹੁੰਦਾ ਕੁਝ ਹੱਥ ਵਿੱਚ ਆਵੇ, ਕੁਝ ਵੇਖ ਸਕਾਂ, ਕੁਝ ਮੇਰੀ ਪਕੜ ਵਿੱਚ ਆਵੇ। ਤੇ ਭਗਤ ਜੀ ਕਹਿੰਦੇ ਨੇ ਆ ਵੀ ਜਾਏ ਜੋ ਦਿਸਦਾ ਨਾਸਵਾਨ, ਇੱਥੇ ਸਦਾ ਵਾਸਤੇ ਰਹੇਗਾ ਨਹੀਂ। ਫਿਰ ਕਰੀਏ ਕਿ
ਨਿਰਗੁਣ ਨਾਲ ਜੁੜਨ ਲਈ ਕਹਿੰਦੇ ਨੇ ਵਰਨ ਸਹਿਤ ਜੋ ਜਾਪੈ ਨਾਮ। ਵਰਨ ਦਾ ਇੱਥੇ ਅਰਥ ਹੈ ਵਰਣਨ। ਪ੍ਰਮਾਤਮਾ ਦਾ ਯਸ ਸਿਫਤ ਸਲਾਹ ਕਰਨੀ, ਕੀਰਤਨ ਕਰਨਾ, ਇਹ ਵਰਣਨ ਸਹਿਤ, ਉਹਦੀ ਸਿਫਤ ਸਲਾਹ ਸਹਿਤ। ਜਿਵੇਂ ਕਿਹਾ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਮੈਨੂੰ ਇਹ ਚਾਹ ਹੈ ਤੇਰੇ ਗੁਣ ਗਾਵਾਂ, ਤੇਰੀ ਸਿਫਤ ਸਲਾਹ ਕਰਾਂ, ਤੇਰਾ ਨਾਮ ਜਪਾਂ। ਬਾਕੀ ਤੇ ਸਭ ਕੁਝ ਨਾਸਵਾਨ ਹੈ ਜੋ ਦਿਸਦਾ। ਫਿਰ ਸਾਡਾ ਮਾਰਗ ਬਣ ਗਿਆ ਕੀਰਤਨ, ਸਾਡਾ ਮਾਰਗ ਬਣ ਗਿਆ ਅਰਦਾਸ, ਸਾਡਾ ਮਾਰਗ ਬਣ ਗਿਆ ਉਸ ਤੋਂ ਸਦਕੇ ਹੋਣ ਦਾ। ਨਾਨਕ ਕਹੇ ਸੁਣ ਰੇ ਮਨ, ਸਿੱਖ ਧਰਮ ਵਿੱਚ ਮੁਕਤੀ ਕਿਵੇਂ ਹੈ? ਸਿਫਤ ਸਲਾਹ ਕਰ ਤੇ ਭਾਣੇ 'ਚ ਆ ਜਾ, ਸੇਵਾ ਸਿਮਰਨ ਕਰ ਭਾਣੇ ਵਿੱਚ ਆ ਜਾ, ਰਜ਼ਾ ਵਿੱਚ ਆ ਜਾ। ਮੁਕਤੀ ਦਾ ਸੰਕਲਪ ਕੀ ਹੈ? ਅੱਜ ਮੇਰੇ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਸਰਬੱਤ ਸੰਗਤਾਂ ਨੂੰ ਜੋ ਇੱਥੇ ਬੈਠੇ ਹੋ ਤੇ ਜਾਂ ਜਿਹੜੇ ਦੂਰ ਦੂਰ ਵੀ ਬੈਠੇ ਦੇਸ਼ ਵਿੱਚ ਵਿਦੇਸ਼ਾਂ 'ਚ ਸੁਣ ਰਹੇ ਹੋ, ਸਮੁੱਚੇ ਸਿੱਖ ਪੰਥ ਨੂੰ, ਸਤਿਗੁਰੂ ਦੇ ਸ਼ਰਧਾਲੂਆਂ ਨੂੰ, ਅਨਮਤੀਆਂ ਨੂੰ ਵੀ ਕਿ ਮੈਨੂੰ ਪਤਾ ਲੱਗਾ ਹੈ ਕਿ ਕਥਾ ਇੱਥੇ ਦੀ ਮੁਸਲਮਾਨ ਵੀ ਸੁਣਦੇ ਨੇ, ਹਿੰਦੂ ਵੀ ਸੁਣਦੇ ਨੇ, ਅਨੇਕਾਂ ਧਰਮਾਂ ਵਾਲੇ ਈਸਾਈ ਵੀ ਸੁਣਦੇ ਨੇ। ਮੈਂ ਹੈਰਾਨ ਹੋਇਆ, ਅਨੇਕਾਂ ਬੰਦੇ ਉਹਨਾਂ ਦੇ ਪੈਰੋਕਾਰ ਜਿਹੜੇ ਆਪ ਬੋਲਦੇ, ਉਹਨਾਂ ਜਦੋਂ ਦੱਸਿਆ ਅਸੀਂ ਕਥਾ ਸੁਣਦੇ ਹਾਂ, ਫਿਰ ਮੈਂ ਵਧਾਈ ਵੀ ਸਭ ਨੂੰ ਦੇਵਾਂ, ਸਮੁੱਚੇ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਮੁਕਤੀ ਦਾ ਸੰਕਲਪ ਦੱਸਣ ਵਾਲੇ ਮੇਰੇ ਪਾਤਸ਼ਾਹ, ਉਹਨਾਂ ਦਾ ਅੱਜ ਪ੍ਰਕਾਸ਼ ਪੁਰਬ ਹੈ। ਉਹ ਸਥਾਨ ਗੋਇੰਦਵਾਲ ਵਿੱਚ ਹੈ। ਬਹੁਤ ਵਾਰੀ ਦਾਸ ਉੱਥੇ ਕਥਾ ਕਰਨ ਗਿਆ। ਲਿਖਿਆ ਕਮਰੇ ਤੇ, ਵਿਹੜੇ ਵਿੱਚ ਪ੍ਰਕਾਸ਼ ਬਰਾਂਡੇ 'ਚ ਹੋ ਜਾਂਦਾ, ਦੀਵਾਨ ਸਜਦਾ, ਲਿਖਿਆ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਧੰਨ ਹੈ ਉਹ ਤਾਂ ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੋਇਆ। ਸਿਫਤ ਕਰਨੀ ਹੈ ਨਾ ਗੁਰੂ ਅਰਜਨ ਦੇਵ ਜੀ ਦੇ ਤੇ ਭੱਟ ਕੱਲ ਸਹਾਰ ਕੋਲੋਂ ਸਿੱਖੀ ਹੈ। ਇੱਕ ਸਵਈਆ ਮੈਂ ਆਪ ਨੂੰ ਸੁਣਾਵਾਂ। ਸਿਮਰਨ ਸੋਈ ਪੁਰਖਿਆ ਚਾਲਿਆ ਬਨਾਸੇ। ਮੈਂ ਪਹਿਲੋਂ ਪ੍ਰਮਾਤਮਾ ਨੂੰ ਸਿਮਰਦਾ ਜਹਾਂ ਜੋ ਅਟਲ ਹੈ, ਅਬਨਾਸੀ ਹੈ, ਅਚਲ ਹੈ। ਜਿਸ ਸਿਮਰਤ ਦੁਰਮਤ ਮਲ ਨਾਸੀ, ਜਿਸ ਨੂੰ ਸਿਮਰਦੇ ਆਂ ਚੇਤੇ ਕਰਦੇ ਆਂ, ਖੋਟੀ ਮਤ ਦਾ ਨਾਸ ਹੋ ਜਾਂਦਾ, ਮਨ ਦੀ ਮੈਲ ਉਤਰ ਜਾਂਦੀ ਹੈ। ਸਤਿਗੁਰ ਚਰਨ ਕਮਲ ਰਿਦ ਧਾਰਨ, ਗੁਰੂ ਦੇ ਚਰਨਾਂ ਕਮਲਾਂ ਦਾ ਆਸਰਾ ਲੈਣਾ ਪਹਿਲੇ ਹਿਰਦੇ 'ਚ ਧਾਰਨ ਕਰਦਾ। ਗੁਰੂ ਅਰਜਨ ਗੁਣ ਸਹਿਜ ਵਿਚਾਰਨ, ਗੁਰੂ ਅਰਜਨ ਦੇਵ ਦੇ ਗੁਣਾਂ ਦਾ ਬੜੇ ਸਹਿਜ ਅਡੋਲਤਾ ਵਿੱਚ ਵੀ ਉਚਾਰਨ ਕਰਦਾ ਹਾਂ। ਗੁਰੂ ਰਾਮਦਾਸ ਕਰ ਕੀਓ ਪ੍ਰਕਾਸ਼ਾ, ਗੁਰੂ ਰਾਮਦਾਸ ਜੀ ਦੇ ਘਰ ਉਹਨਾਂ ਦਾ ਪ੍ਰਕਾਸ਼ ਹੋਇਆ। ਸਗਲ ਮਨੋਰਥ ਪੂਰੀ ਆਸਾ। ਹੁਣ ਜੇ ਮਨੋਰਥ ਆਸਾ ਪੁੱਤਰ ਦੀ ਹੁੰਦੀ, ਉਹ ਤੇ ਦੋ ਪਹਿਲੇ ਹੈ ਸਨ। ਪ੍ਰਿਥੀ ਚੰਦ ਹੈ ਸੀ, ਲੈ ਕੇ ਆਈ ਮਾਤਾ ਭਾਨੀ ਤੇ ਕਿਹਾ ਦੋਤਾ ਆਇਆ ਜੇ। ਵੇਖਿਆ ਕਹਿਣ ਲੱਗੇ ਰੱਬ ਭਲੀ ਕਰੇ, ਬਸ ਇੰਨਾ ਸ਼ਬਦ ਹੀ, ਹੋਰ ਜ਼ਿਆਦਾ ਨਹੀਂ। ਲੈ ਕੇ ਆਈ ਮਹਾਦੇਵ ਨੂੰ, ਫੇਰ ਦੋਤਾ ਆਇਆ, ਕਹਿਣ ਲੱਗੇ ਪ੍ਰਮਾਤਮਾ ਭਲੀ ਕਰੇ। ਲੈ ਕੇ ਆਈ ਧੰਨ ਗੁਰੂ ਅਰਜਨ ਦੇਵ ਜੀ ਨੂੰ, ਕਹਿਣ ਲੱਗੇ ਦੋਤਾ ਆਇਆ। ਉਛਲ ਪੈ ਚੁੱਕਿਆ ਤੇ ਕਿਹਾ ਦੋਤਾ ਬਾਣੀ ਕਾ ਬੋਝ ਥਾ। ਇਹ ਤੇ ਬਾਣੀ ਦਾ ਬੋਝ ਥਾ, ਬਾਣੀ ਦਾ ਜਹਾਜ਼। 2312 ਸ਼ਬਦ ਲਗਭਗ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਉਚਾਰਨ ਕੀਤਾ, ਸੰਪਾਦਨਾ ਕੀਤੀ। ਗੁਰੂ ਰਾਮਦਾਸ ਕਰ ਕੀਓ ਪ੍ਰਕਾਸ਼ਾ। ਆਸ ਪੂਰੀ, ਗੁਰੂ ਰਾਮਦਾਸ ਦੀ ਆਸ ਕੀ ਸੀ ਜਿਹੜੀ ਪੂਰੀ ਹੋ ਗਈ? ਆਸ ਸੀ ਕਿ ਪੰਥ ਦੇ ਬੇੜੇ ਨੂੰ ਚਲਾਉਣ ਵਾਲਾ ਇੱਕ ਚੰਗਾ ਮਲਾਹ ਹੋਰ ਆਵੇ। ਉਹ ਮਲਾਹ ਆ ਗਿਆ। ਅਕਾਲ ਪੁਰਖ ਨੇ ਕਿਰਪਾ ਕੀਤੀ, ਜਗਤ ਨੂੰ ਤਾਰਨ ਵਾਲੇ ਪਰਤਾਛਰ ਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਹੁਣੇ ਆਪਣੇ ਕੀਰਤਨ ਵਿੱਚ ਸੁਣਿਆ, ਜਗ ਔਰ ਨ ਯਾਹੇ ਮਹਾਤਮ ਮੈਂ। ਇਹ ਸ਼ਬਦ ਮਹਾਤਮ ਨਹੀਂ, ਮਹਾਤਮ। ਤਮ ਹੁੰਦਾ ਹਨੇਰਾ। ਜਗ ਔਰ ਨ ਯਾਹੇ ਮਹਾਤਮ ਮੈਂ,
अवतार उजागर आन कियो, तिनके दुख कोटक दूर गए, मथुरा जने अमृत नाम पियो। पद्धत पद्धत हुंदा रस्ता, ये पद्धत ते मत चूकै रे मन, भेद विभेद न जान बियो, प्रतक्ष हृदय गुरु अर्जन के, हर पूर्ण ब्रह्म निवास लियो। मथुरा पन भाग भले उनके, मन इच्छत ही फल पावत है, रब के सुत की तिन त्रास कहाँ, जो चरण गुरु चित लाभत है। गुरु रामदास कर कियो प्रकाशा, सगल मनोरथ पूरी आसा। तैं तैं दा अर्थ है तुसी, तैं जन्मत जन्म दे, तैं जन्मत गुरमत ब्रह्म पछाणियो। जन्म तो लैके ही तुहानू गुरमत दी सोझी मिल गई, पछाण लिया तुसी, रब ने दिती है पछाण, गुरमत नू पछाण लिया। सारी जिंदगी लंघ जाती है, मौत दे मूँह च पैण वाले होने आ ते पता नहीं लगता कि गुरमत की है ते मनमत की है। सिख भी अखवाई जाने आ, कड़ा भी पा लिया, हत्थां नू धागे भी बन लए, गुरुद्वारे भी मत्था टेक लिया, वीरवार कबर ते भी हो आए, फिर कहने आ जी गुरु दी मत अनुसार कारज होया। मैं हैरान हाँ, जिथे शराबां चलदियां ने, नाच गाने चलते ने, वो भी कहते ने जी गुरमत अनुसार आनंद कारज होया। गुरमत है कि गुरमत समझी गुरु अर्जन देव जी ने, तैं जन्मत गुरमत ब्रह्म पछाणियो, कल जोड़ कर, कल सहार कवि ने हाथ जोड़ के, कल जोड़ कर सो जस बखानियो, भगत जो को जैतवार। भगती विच आके अनेकां हारदे वेखे, भगती अध च ही रह गई। जोग जुड़े नहीं, जुड़दे जुड़दे रह गए, चाले थे हर मिलन को बीचे अटके चीत। कबीर सिख शाखा बहुते किए, किसो कियो न मेत, चाले थे हर मिलन के बीचे अटके चेत। पर तुसी जित प्राप्त की, भाव तुसी जुड़ गए, तुसी भगती कर ली। भगत जो को जैतवार, हर जन के उपाय, जन हुंदा ज्ञान। तुहानू रब ने ज्ञान रूप बना के भेजिया, शब्द गुरु प्रकाशियो, तुहाडे अंदर गुरु दा शब्द प्रगट होया। हुण सुन सारे लेने आ, ये सुन के कह भी देने आ, शब्द सुने प्रगट किसी भागां वाले दे अंदरों हुंदा। जिस दिन प्रगट हो गया शब्द, सिख ते गुरु विच कोई फर्क नहीं रह जाएगा। जिस दिन प्रगट होया, इंज समझना सौखा जिहा प्रमाण हो, सिख प्रचारकां बहुत वारी दिता, मैं दोहरा दियां। पुराना समा से, अज तो 50 साल पिछे जाइए, नलके लाउण वाले आउंदे सन, ते जदों लग जाना उन्हें कहना बाल्टी पानी लियाओ। पानी लई ते तैनूं सद्दिया ते पानी कित्थों लियाईए? वो कहंदा पावांगे ते थल्लियों आएगा। वो पा देना, जरा गेड़ना, बस फिर शुरू हो जाना। असल विच गुरु दे शब्द दा कीर्तन तां सुनने आ कि अंदर कीर्तन होना शुरू हो जाए, अनाहद नाद अंदरों वजना शुरू हो जाए। कल जिसका जिक्र कर रहे हैं, सिख दा शब्द अनाहद नाद की है? अनाहत है परमात्मा। मैं बेनती करा, जिहड़ा मेरी समाधि नाल पैदा होवे, मैं कुछ करा, मैं उन्होंने अनाहत नाद नहीं कहता। जे अपने आप तो है, वो तो सैबंग परमात्मा, वो अंदरों प्रगट होवे। बाहरों कीर्तन किया, अंदरों कीर्तन होन लग पिया। जिवें पानी पाया, थल्यों पानी आना शुरू हो गया, संपर्क जुड़ गया। ये जिवें कहा है लगातार प्रभाव कि गावे शब्द अनाहद नाद। प्रहलाद दे बारे ऐसा लिखा, जदों उसने कृपा की शब्द गुरु प्रकाशियो, हर रसन बसायो। गुरु नानक अंगद अमर लाग उत्तम पद पायो। गुरु अर्जन इत्थे विश्राम देना। गुरु अर्जन घर गुरु रामदास भगति उतर आयो। गुरु अर्जन देव गुरु रामदास दे घर भगती दा अवतार बन के आए। भगत कहा, साहब गुरु नानक देव जी नूं भगत कहा, गुरु अर्जन देव जी ने। भगत शब्द कोई छोटा नहीं। जिहड़े सज्जन ये बड़ी जिद करते ने ना, यार भगत नाल सतगुरु क्यों नहीं जोड़ते? असल विच असीं करिए कि
ਹੁਣ ਗੁਰੂ ਜਿਹੜੇ ਲਿਖ ਗਏ ਨੇ ਉਸ ਨੂੰ ਕਿਵੇਂ ਉਲਟ ਦਈਏ? ਜੇ ਗੁਰੂ ਹੀ ਭਗਤ ਲਿਖ ਗਏ ਨੇ ਤੇ ਭਗਤ ਸ਼ਬਦ ਛੋਟਾ ਨਹੀਂ। ਧਿਆਨ ਨਾਲ ਪੜੋ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ ਏਕ ਜਿਹ ਕਿਆ ਬਖਾਨ ਹਾਂ ਕਹਿ ਬਲ 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 ਸਦ ਬਲਹਾਰ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਏ। ਸਿੱਖ ਇਤਿਹਾਸਕਾਰ ਲਿਖਦੇ ਨੇ ਕਿ ਇੱਕ ਦਿਨ ਆ ਕੇ ਮੰਜੀ ਨੂੰ ਐਸਾ ਹਿਲਾਇਆ ਕਿ ਗੁਰੂ ਸਾਹਿਬ ਕਹਿਣ ਲੱਗੇ ਬੜਾ ਭਾਰੀ ਹੈ। ਮੰਜੀ ਹਿਲਾ ਕੇ ਰੱਖ ਦਿੱਤੀ, ਭਾਰੀ ਪੁਰਖ ਹੈ। ਇੱਕ ਦਿਨ ਪ੍ਰਸ਼ਾਦਾ ਛਕਦੇ ਥਾਲ ਨੂੰ ਹੱਥ ਪਾਇਆ ਤੇ ਮਾਤਾ ਜੀ ਦੌੜ ਕੇ ਆਏ, ਬੇਅਦਬੀ ਨਾ ਹੋ ਜਾਏ। ਹੱਸ ਕੇ ਕਹਿਣ ਲੱਗੇ ਆ ਥਾਲ ਦੇ ਮਾਲਕਾ, ਤੂੰ ਤੇ ਐਸਾ ਥਾਲ ਬਣਾਏਗਾ ਜਿਸ ਵਿੱਚੋਂ ਜਗਤ ਛਕੇਗਾ। ਵਾਕਿਆ ਉਹ ਥਾਲ ਇਹ ਸੀ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਾਇਓ, ਜਿਸ ਕਾ ਸਭ ਸੇ ਆਧਾਰੋ। ਇਹ ਥਾਲ ਪਰੋਸ ਕੇ ਤੁਹਾਡੇ ਅੱਗੇ ਰੱਖ ਦਿੱਤਾ। 11 ਸਾਲ ਗੋਇੰਦਵਾਲ ਵਿੱਚ ਗੁਜ਼ਾਰੇ। 18 ਸਾਲ 4 ਮਹੀਨੇ ਦੀ ਉਮਰ ਸੀ ਜਿਸ ਵੇਲੇ ਗੁਰਿਆਈ ਗੱਦੀ ਸੌਂਪੀ ਗਈ। ਭੱਟਾਂ ਨੇ ਬੜਾ ਸੁੰਦਰ ਲਿਖਿਆ ਹੈ ਕਿ ਦੇਵਪੁਰੀ में गयो आप परमेश्वर भायो, गुरु रामदास बारे हर सिंहासन दियो, श्री गुरु तह बैठायो, रहस कियो सुरदेव तोहे जस जय जय जंपै, असुर गए ते भाग पाप तिन भीतर कंपै, काटे सुपाप तिन नरों के, गुरु रामदास जन पायो, छतर सिंहासन प्रथमी गुरु अर्जन को दे आयो। ਛਤਰ ਸਿੰਘਾਸਨ ਸਤਿਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤਾ। ਮਹਾਨ ਕਾਰਜ ਉਹਨਾਂ ਨੇ ਕੀਤੇ ਨੇ। ਇਹ ਕਾਰਜ ਛੋਟਾ ਨਹੀਂ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਥਾਨ ਬਣਾਇਆ। ਤੁਸੀਂ ਵੀ ਘਰ ਕਿਸੇ ਪ੍ਰਕਾਸ਼ ਕਰਨਾ ਹੋਵੇ, ਕਹਿੰਦੇ ਸਥਾਨ, ਮੈਂ ਇੱਕ ਹੱਥ ਜੋੜ ਕੇ ਅਰਜ਼ ਕਰਾਂਗਾ, ਸੇਵਾ ਠੀਕ ਨਾ ਹੁੰਦੀ ਹੋਵੇ, ਥਾਂ ਠੀਕ ਨਾ ਹੋਵੇ ਜਾਂ ਬਹੁਤ ਛੋਟਾ ਹੋਵੇ, ਘਰ ਪ੍ਰਕਾਸ਼ ਨਾ ਕਰੋ। ਸੈਂਚੀਆਂ ਇਸੇ ਵਾਸਤੇ ਬਣਾਈਆਂ ਸਨ ਕਿ ਪਾਠ ਸਹਿਜ ਪਾਠ ਚੱਲਦਾ ਰਹੇ। ਜੇ ਛੋਟਾ ਥਾਂ ਹੈ, ਅਦਬ ਠੀਕ ਰਹਿ ਨਹੀਂ ਸਕਦਾ, ਸਿੰਘਾਸਨ ਲਈ ਵੱਖਰਾ ਨਹੀਂ ਬਣ ਸਕਦਾ। ਗੁਰਦੁਆਰਾ ਕੋਲ ਹੋਵੇ ਉੱਥੇ ਜਾਓ, ਉੱਥੇ ਜਾ ਕੇ ਸੇਵਾ ਕਰੋ। ਬਹੁਤ ਵਾਰੀ ਐਸਾ ਵੇਖਿਆ ਕਿ ਸਿਰਫ ਪ੍ਰਕਾਸ਼ ਹੀ ਕਰਨਾ, ਸੁਖਾਸਨ ਕੇ ਹੋਰ ਕੁਛ ਨਹੀਂ ਉੱਥੇ ਹੋਣਾ। ਪ੍ਰਕਾਸ਼ ਕਰ ਦਿੱਤਾ, ਸੁਖਾਸਨ ਕਰ ਦਿੱਤਾ। ਜਾਂ ਇੱਕ ਗੱਲ ਹੋਰ, ਗ੍ਰੰਥੀ ਕੋ ਰੱਖ ਲਿਆ। ਬਹੁਤ ਘਰਾਂ 'ਚ ਮੈਂ ਵੇਖਿਆ ਐਸਾ, ਗ੍ਰੰਥੀਆਂ ਦੱਸਿਆ ਆਪ ਪ੍ਰਕਾਸ਼ ਵੀ ਨਹੀਂ ਕਰਨਾ, ਗ੍ਰੰਥੀਆਂ ਜਾਣਾ ਹੈ, ਪ੍ਰਕਾਸ਼ ਕਰ ਆਉਣਾ, ਸ਼ਾਮ ਨੂੰ ਸੁਖਾਸਨ ਕਰ ਆਉਣਾ, ਸਿਰਫ ਇਸ ਲਈ ਕਿ ਜਿਵੇਂ ਬਾਕੀ ਵਸਤੂਆਂ ਚੰਗੀਆਂ ਪਈਆਂ ਸਾਡੇ ਘਰ ਵਿੱਚ ਪ੍ਰਕਾਸ਼ ਵੀ ਹੈ। ਨਹੀਂ, ਗੁਰੂ ਕੇ ਸਿੱਖ ਬਣਨਾ ਤੇ ਗੁਰੂ ਦੇ ਘਰ 'ਚ ਰਹਿਣਾ। गुरु नू अपने कब्जे च नहीं, गुर कै गृह सेवक जो रह, गुर की आज्ञा मन में सह, आप सको कर कश न जनावै, हर हर नाम हृदय सा ध्यावै, मन बेचै सतगुर के पास, तिस सेवक कै कारज रास, सेवा करत हुए ने कामी, तिसको होत प्राप्त स्वामी। उन्हें पहले प्रकाश स्थान बनाया, वो केड़ा? सचखंड हरमंदर साहब। ਇਹ ਪ੍ਰਕਾਸ਼ ਸਥਾਨ। ਉਹਨਾਂ ਨੂੰ ਪਤਾ ਸੀ ਇੱਥੇ ਕੀ ਕਰਨਾ। 17 ਫੁੱਟ ਗਹਿਰਾ ਹੈ ਸਰੋਵਰ, ਇੱਕ ਬਾਹੀ 490 ਫੁੱਟ, ਇੱਕ 500, ਬਿਲਕੁਲ ਸਕੇਅਰ ਵਿੱਚ ਨਹੀਂ। ਇੱਕ ਬਾਹੀ 10 ਫੁੱਟ ਦਾ ਫਰਕ ਹੈ। 17 ਫੁੱਟ ਗਹਿਰਾ, ਵਿਚਕਾਰ ਸੱਚਖੰਡ ਹਰਮੰਦਰ ਸਾਹਿਬ। ਪ੍ਰਕਾਸ਼ ਸਥਾਨ ਬਣਾਇਆ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ਼ੁਰੂ ਹੋਈ। ਭਾਈ ਗੁਰਦਾਸ ਜੀ ਦੇ ਹੱਥ 'ਚ ਕਲਮ ਫੜਾਈ। ਪਹਿਲੇ ਮੂਲ ਮੰਤਰ ਲਿਖਿਆ ਸਤਿਗੁਰੂ ਨੇ ਆਪ। ਫਿਰ ਕਿਹਾ ਭਾਈ ਜੀ ਪਹਿਲੇ ਇੱਕ ਬਚਨ ਧਿਆਨ ਨਾਲ ਸੁਣ ਲਓ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਲਿਖ ਇਸ ਭਾਵਨਾ ਨਾਲ ਲਿਖ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਹ। ਇਹ ਮਾਲਕ ਨੇ ਸਭ ਕੁਝ ਕਰਾਉਣਾ, ਤੁਹਾਨੂੰ ਬਹਾਨਾ ਬਣਾਇਆ ਤੇ ਸੋਹਣੇ ਬਹਾਨੇ ਬਣੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ। ਲਿਖਿਆ ਕਿ तत्सूची पत्र पोथी का, तत्करा रागा का,
फिर लिखे है सम्मत सम्मत 1661 मिति भादों वधी एकम पोथी लिख पहुंचे। 15 दिन का फर्क है कि 15 दिनों के विच तत्करा जिल्द सब कुछ तैयार होया, ग्रंथ तैयार हो गया। ग्रंथी केड़ा हो गया? हुण ग्रंथी का एक तो अर्थ सीधा ही जी कहने जे भाई जी, ग्रंथी ने गुरुद्वारे के भाई साहब जिहड़े पाठ कर लेंदे ने, संस्कृत विच एक अर्थ होर जे। ग्रंथी का अर्थ है गंढ, ग्रंथी का अर्थ है गंढ। जिहड़ा आ जावे उन्होंने श्री गुरु ग्रंथ साहब नाल इन्ना गंढ देवे कि वह सदा वास्ते जुड़िया रहे, वो ग्रंथी। वो किसी कबर ते ना जाए, वो रुखा नूं ना पूजदा फिरे, वो दर दर ना भटकदा फिरे। अज जिन्हां सियाणे सियाणे नहीं ते ठग ने, इन्हां ठगां कोल ना जाके जिहड़ा फसे वो ग्रंथी। ऐसा जोड़ देवे फिर व्यक्ति हो जिहड़ा जुड़िया होवे, जिसते दर्शन सुभावक ही गुरु दे नाल जोड़न सिੱਖੀ ਦਾ प्रभाव पवे। 12 साल दे सन आए, 125 साल की उम्र सारी होई, 98 साल की उम्र सी जदों उन्होंने इस सेवा सौंपी गई। सतगुरु ने कौतुक कैसा रचाया, अमृत वेले उठे। 9 साल की उम्र से साहब गुरु हरगोबिंद साहब जी दी भी नाल खड़े ने, संगत खड़ी हुई है। रामसर साहब अरदास पहले श्री गुरु ग्रंथ साहब अगे होई कीती बाबा बुढ़ा साहब ने, वो साडे पहले अरदासी है। उन्हां दे सीस ते श्री गुरु ग्रंथ साहब दा स्वरूप आया। गुरु अर्जन देव जी ने आप चौर फड़िया, हर मंदिर में जाए पहुंचे। रागी करत राग सुर ऊंचे, मंजी सहित ग्रंथ तब था, बैठे निकट गुरु तब आप। वार भोग को सुन मन लाए, श्री अर्जन तब गिरह लाए। बुढ़ा साहिब किन्ना आदर किया ग्रंथी दा, जिन्ना कर लीए थोड़ा। बुढ़ा साहिब खोलो ग्रंथ, ले हो आवाज सुने सब पंथ, दुनिया दे सारे पंथ सुन। इस सब दा सांझा, जिवें सूरज सब दी रोशनी देंदा, इस सब लई रोशनी है। अदब साहिब तब ग्रंथ सो खोला। जिसने रब दे घर नूं जाना ना, पहली गल जो अदब वाला होवे, बेअदबी ना भुल के हो जाए। इसके कोल बोलना तां अदब नाल। दास की नियुक्ति हुई, ग्रंथी नियुक्ति दरबार साहब। सिंह साहब ज्ञानी चेत सिंह बजुर्ग सन, 30 साल उन्होंने सेवा की ते मैनू एक गल कहन लगे, इत्थे अदब का ध्यान रखना, उच्ची नहीं बोलना। अंदर जी गल भी करनी इशारे नाल, उच्ची नहीं बोलना। अदब नाल प्रकाश करना, अदब नाल। ग्रंथी की सेवा है, प्रकाश करे, हुक्म लवे। ये सिखाया बाबा बुढ़ा साहब ने। बुढ़ा साहब खोलो ग्रंथ की कीता, अदब सहित सिर झुका के कि हे पातशाह, जोगो जोग टल सतगुरु, जगत नूं तारन वास्ते कृपा करो, हुक्म बख्शिश करो। बुढ़ा साहिब खोलो ग्रंथ, ले हो आवाज सुने सब पंथ। अदब सहित तब ग्रंथ सो खोला, ले आवाज बुढ़ा मुख बोला। हुक्म पहला आया, इतिहासक हुक्म ने। हुक्म आया सूहे महला पंजवा, संतां के कारज आप खलोया। हर कम करम ने आया राम, तरत सुहावी ताल सुहावा, विच अमृत जल छाया राम। एक सानू सिक्ख्या मिल गई कि जेड़ा भी संत बनेगा, सेवक बनेगा, उहदे कारज विच रब आप खलोता होवेगा। इन्ना महान काम करके ते बंदा कहता मैं कीता, दुनिया कहे मैं कीता, पर उन्होंने कहा नहीं, उसने करवाया। इस वजह आप खलोता होया। संत मेरी आप खड़ा, वो तो मेरे नाल खड़ा होया, मेरे अंग संग है, मैं कुछ नहीं कीता। जेकर उन्हें श्री गुरु ग्रंथ साहब के अंत विच कहा कि तुहानू तरस पिया, मेरे इस गरीब ते तरस कीता, तेरा कीता जातो नहीं, मैनू योग कीतो ही। ये अर्थ कर लगे, ध्यान रख, कीतो ही इकट्ठा नहीं पढ़ना। मैनू जो कीतो ही, मैनू इस योग तू कर देता। मैं निर्गुण यारे को गुण नहीं, आपे तरस पायो ही।
ते हरमंदर साहब ये साज के भी ये गल कही, उसने आप कीता। संतां के कारज आप खलोया, हर कम करावणे आया राम। तरत सुहावी ताल सुहावा, विच अमृत जल छाया राम। हुण इथों संदेश देना मुक्ति दा। उन्होंने कहा एक गल याद रख लो, जो साधन मैं इत्थे दे रहा इहो करना। इत्थे किसी सिख नूं नहीं आख्या हरमंदर आके पुठा लटक, इत्थे किसी नूं नहीं आख्या कि समाधि ला के अनहद नाद वजा, इत्थे किसी नूं नहीं आख्या कोई होर साधना कर। इत्थे करके इत्थे नानक है सुन रे मना कर कीर्तन होए उधार। जो इत्थे कीता ना रब दी सिफत ला, कीर्तन सुनो, बाणी नाल जुड़ो, रजा विच आ जाओ। मुक्ति की है। सुखमनी साहब ते पढ़ते हो, एक पदा मैं आपनू सुना दिया। इको ही मुक्ति का संकल्प सामने रख देंदा। प्रभ की आज्ञा आत्म हितावा, प्रभु दी आज्ञा मन च जिसनू प्यारी लगदी है। प्रभ की आज्ञा आत्म हितावा, जीवन मुक्त सो कहावा। वो जीवन मुक्त खुवाउंदा, उसके गुण अगे दसे ने। तैसा हरख तैसा उस सोग, सदा आनंद ते नहीं वियोग। तैसा स्वर्ण तैसी उस माटी, हरख शोक बराबर। कुछ मिल जाए तो फुलदा नहीं, कुछ चला जाए चिंता नहीं। उस लई सोना ते मिट्टी एक जैसा। हुण वैसे गल बड़ी समझण वाली है। उन्हें सोना मिट्टी एक कही है, तो जिथे लोग मिट्टी भी चोरी कर लैन सोना कौन छड्डेगा। मिट्टी भी चोरी करते हैं। हुण की है, थां थां कहने ट्राली फड़ी गई, मिट्टी लैके रेता लैके जा रहे हैं। मिट्टी भी लोग चोरी करते हैं, सोना कौन छड्डेगा। पर इत्थे ते कहे तैसा स्वर्ण तैसी उस माटी, तैसा अमृत तैसी बेखाटी। जहर ते अमृत बराबर होगा। वो किमें, वो ही जहर हलाहल है, वो ही अमृत है नादान। मालूम नहीं तुझको अंदाज है पीने के, किसे जुगती वाले दे हाथ विच आ जाए तो जहर भी अमृत औषधि बनती उसकी। पर जेकर अनाड़ी दे हथ विच आ जाए तो अमृत भी जहर हो जाएगा। तैसा स्वर्ण तैसी उस माटी, तैसा अमृत तैसी बेखाटी। तैसा मान तैसा अपमान, तैसा रंक तैसा रजा। जो वरताए साई जुगत, उसकी जीवन जुगती की है रब दा पाना। जो वरताए साई जुगत, नानक वो पुरख कहिए जीवन मुकत। जीवन मुक्ति दे दाते ने सानू श्री गुरु ग्रंथ साहब नाल जोड़िया। विद्वान दा एक मत है, ये बचन बड़े ध्यान नाल सरवण करना। गुरु नानक देव जी ने शब्द की सोझे देते। नहीं तो लोग कहते सन कि तू बैठ मैं मंत्र आपे पढ़ी जावांगा, तेनू समझण की कोई लोड़ नहीं, तू भेटा करते जा। जेड़ा कहे ना अज भी मंत्र आपे पढ़ देंगा, तू बैठ आराम नाल भेटा रख, समझ लेना ठगी कर रहा। उन्होंने कहा नहीं, जो सुनावांगा समझावांगा भी। पहले उन्होंने शब्द की सोझी देते। गुरु अर्जन देव जी ने उस शब्द का स्वरूप ये श्री गुरु ग्रंथ साहब दे देता। ते गुरु गोबिंद सिंह ने पक्का ही लड़ ला देता। सब सिखन को हुक्म है गुरु मानियो ग्रंथ। अरदास शुरू हो गए। ओम सैन नित प्रत करें श्री ग्रंथ के पास। गुरु ग्रंथ भगवंत सम जाने करे अरदास। जिथे सुखासन होया अज तक भी वो आसन थले विछदा जे। उस याद विच 2 साल कुछ महीने सतगुरु का शरीर बाद विच रहा। ए भूम सैन नित प्रत करें श्री ग्रंथ के पास। गुरु ग्रंथ भगवंत सम जाने करे अरदास। इसे अदब दा ही मैं समझदा वो अंग से जड़ा गुरु हरराज साहब ने कहा, जिन पे अदब न बाणी धारा, जानो सो सिख नहीं हमारा। गुरु दा आदर, गुरबाणी दा आदर, सिखां दा आदर, परमात्मा दे नाम दा आदर। जिन्ना आदर करांगे रब दे नेड़े होवांगे। आए अदब लै जाएगा। ताल बाने हक हमेशा बाअदब, बाअदब बाशंद दायम बेअदब। बाअदब
बेअदब हर गिजबह कराहे न याफ्त राहे हक रहे च गुमराहे न याफ्त। बेअदब नूं ते कोई राह भी नहीं लभदा, भजन वास्ते कोई राह नहीं लभदा, वो ऐसा फस जांदा। अदब वाला पहुंचदा, उन्हां अदब सिखाया। पंथ ग्रंथ संगत पंगत की वडियाई वास्ते 5 दिन तसीहे सह के शहादत प्राप्त की थी। पट्टा सच्चे कहा कि धन गुरु अर्जन देव तुहाडा नाम लैंदियां ही रब नाल जुड़ जाईदा। भाई संतोख सिंह जी ने बड़े सुंदर अर्थ कीते ने। वो कहंदे अर्जन सुनने वाला वो अर्जन बड़ा पावन, जिसकी सुगंधी है वो अर्जन। अर्ज ना जाने हो जाए अर्ज चुड़ाई, जिवें कपड़े का कहने अर्ज वार। अर्ज ना जाने हो जाए केतो है बथार तेरो एतो रूप धारे आए। राजे गुरु अर्जन उस सतगुरु का अज प्रकाश पुरब है, जिसने सानू मुक्ति का मार्ग दसिया। कहा दृष्टमान है सगल बनासी एक साध बचन आगाधा। कोई डुंगाई नहीं मापी जा सकती। अगाध कहते ने पता ना लगे कितना गहरा है। आपे आप ही आपे सब आपन खेल दिखादा। आप ही ने आप साजियो आप ही ने रचियो ना, वो आप ही सब कुछ आप ही आप है। अपना खेल आप ही उसने दिखलाया है। पायो ना जाई कहीं भांतरे किसे तरीके नाल अपनी जुगती नाल जोर ना जुगती छुटे संसार साडी जुगती नाल। गुरु की जुगती की गल नहीं, रब की जुगती दी नहीं, अपनियां जुगतियां। जोर ना जुगती छुटे संसार जिस हथ जोर कर वेखै सोए नानक उत्तम नीच ना कोय। फिर जे पाया नहीं जाता पायो ना जाए कहीं भांतरे। मिलता भी है कहते ने हाँ प्रभ नानक गुर मिल लादा। गुरु न मिल के मैं प्राप्त किया। गुरमुख ढूंढ ढूंढेंदियां हर सज्जन लादा राम राज। हरी सज्जन मिल गया पर मैं ढूंढ इकल्ले नहीं की। गुरु का सहारा लैके ते गुर काड़ तली दिखलाया। गुरु कहा दूर नहीं तेरे अंदर ही वसदा पे। एक बड़ी प्यारी कथा है कि भगवान नाल दैंत एक लड़ रहा सी। भगवान थक गया ते कहने लगा कि विश्राम करा। देवतियां नूं पूछे, अब कहने लगे समुद्र दे थले चले जाओ। कहने लगे नहीं आ जाएगा। आकाश में चले जाओ आ जाएगा। एक कहने लगा मैं दसा आराम करोगे इन्हू पता नहीं लगना, ये अंदर लुक के बैठ जाओ आराम करो। इन्हें बाहर ही भटकदे फिरना है, अंदर वेखना ही नहीं। रब बैठा अंदर भटकदा बंदा बाहर। गुरु ने दस दिता कहा सब किश घर में बाहर नाही। बाहर टोला सो परम भुलाही। गुर प्रसादी जिनी अंतर पाया सो अंतर बाहर सोहेला जियो। अंतर्मुखी हो गए वेख्या अंतर बसाया बाहर भी ओही। नानक दर्शन देख सब ओही। सदवत संगतां नूं समुचे गुरु पंथ नूं बहुत बहुत मुबारकां। जपियो जन अर्जन देव गुरु फिर संकट जोन गर्भ नहीं आयो। गुरु अर्जन घर गुरु रामदास भगत उतर आयो। तन माता पानी तन गुरु रामदास तन तन पिता तन तन कुल तन तन सो जननी जिन गुरु जनिया माए। तन तन गुरु जिन नाम राधिया आप तरिया जिन्नी डिठा तिना लै छड़ाए। भुलां दी खेमा। वाहिगुरू जी का खालसा वाहिगुरू जी की फतेह।